Good morning, students. Today I'll continue the poem Animals written by Walt Whitman from your book First Flight. This is the second last poem from your book. This poem is basically about of the animal's life and human being life. Poet has did the comparison between the human being traits and the animal traits. Walt Whitman was an American poet, essayist, and journalist. He was born on 31st May 1819 in New York. He died on 26 March 1892. Leaves of Grass, O Captain, My Captain, and Song of Myself are some of his great work. So, this present poem, The Animals, written in free verse, and is one of the poem published in Leaves of Grass. So, you have the clarity that this poem has been taken from the Leaves of Grass. So, the poet tells us that he feels more at home. More at home, it means more comfortable with animals rather than human beings. So let's begin the poem. I think I could turn and live with animals. They are so placid and self contained. I stand and look at them long and long. What poet is saying here? Poet is saying that what he wants, he could turn. Turn means switch off. Here turn means switch off. Placid means calm, peaceful, self-contained, self-dependent or self-satisfied. ਸੋ ਇਸ ਪੋਇਮ ਦੇ ਵਿੱਚ ਪੋਇਟ ਕੀ ਕਹਿ ਰਿਹਾ ਕਿ ਉਹਦਾ ਜੀ ਕਰਦਾ ਹੈਗਾ ਕਿ ਉਹ ਆਪਣੇ ਆਪ ਨੂੰ ਟਰਨ ਕਰ ਲੇ, ਆਪਣੀ ਲਾਈਫ ਨੂੰ ਟਰਨ ਕਰ ਲੇ ਔਰ ਐਨੀਮਲਸ ਦੇ ਨਾਲ ਹੀ ਰਹਿਣਾ ਸ਼ੁਰੂ ਕਰ ਦੇ, ਕਿਉਂਕਿ ਐਨੀਮਲਸ ਜਿਹੜੇ ਹੈਗੇ ਆ ਨਾ ਬਹੁਤ ਜ਼ਿਆਦਾ ਸ਼ਾਂਤ ਹੁੰਦੇ ਆ, ਬਹੁਤ ਹੀ ਪੀਸਫੁਲ ਹੁੰਦੇ ਆ, ਬਹੁਤ ਹੀ ਸੈਲਫ ਸੈਟਿਸਫਾਈਡ, ਫਰੀ ਔਰ ਸੈਲਫ ਡਿਪੈਂਡੈਂਟ ਹੁੰਦੇ ਆ। ਉਹ ਘੰਟਾ ਖੜ੍ਹ ਕੇ ਉਹਨਾਂ ਨੂੰ ਦੇਖੀ ਜਾਂਦਾ ਹੈਗਾ, ਐਨੀਮਲਸ ਦੀ ਲਾਈਫ ਨੂੰ ਔਰ ਐਨੀਮਲਸ ਨੂੰ ਘੰਟਾ ਖੜ੍ਹ ਕੇ ਦੇਖੀ ਜਾਂਦਾ। They do not sweat and whine about their condition. They do not lie awake in the dark and weep for their sins. They do not make me sick, discussing their duties to God. Poet ਕੀ ਕਹਿ ਰਿਹਾ? Sweat मतलब hard work करना, whine मतलब complain करना। ਸੋ ਵਾਟ ਪੋਇਟ ਇਜ਼ ਸੇਇੰਗ ਹੀਅਰ ਕਿ ਜਿਵੇਂ ਇਨਸਾਨ ਯਾਨੀ ਕਿ ਹਿਊਮਨ ਬੀਇੰਗ ਜਿਹੜੇ ਹੈਗੇ ਆ ਉਹ ਸਾਰੀ ਉਮਰ ਹਾਰਡ ਵਰਕ ਕਰਦੇ, ਐਫਰਟਸ ਕਰਦੇ ਰਹਿੰਦੇ ਆ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪੈਸੇ ਹੋ, ਮਟੀਰੀਅਲਿਸਟਿਕ ਥਿੰਗਸ ਹੋ, ਗੁੱਡਸ ਹੋ, ਪ੍ਰੋਪਰਟੀ ਹੋ, ਰੈਪੂਟੇਸ਼ਨ ਹੋ, ਇਹ ਸਾਰੀ ਚੀਜ਼ਾਂ ਦੇ ਲਈ ਸਾਰੀ ਉਮਰ ਆਪਣਾ ਹਾਰਡ ਵਰਕ ਕਰਦੇ ਆ। ਔਰ ਜਦੋਂ ਉਹਨਾਂ ਦੀ ਕੰਡੀਸ਼ਨ ਖਰਾਬ ਹੁੰਦੀ ਹੈ, ਵਧੀਆ ਕੰਡੀਸ਼ਨ ਨਹੀਂ ਹੁੰਦੀ, ਤਾਂ ਆਪਣੇ ਕੰਡੀਸ਼ਨ ਨੂੰ ਲੈ ਕਰਕੇ ਕੰਪਲੇਨ ਵੀ ਕਰਦੇ ਰਹਿੰਦੇ ਆ। ਵਾਈਨ ਮੀਨਸ ਕੰਪਲੇਨ ਕਰਨਾ। ਦੇ ਡੂ ਨਾਟ, ਬਟ ਐਨੀਮਲਸ ਜਿਹੜੇ ਹੈਗੇ ਉਹ ਇਸ ਤਰ੍ਹਾਂ ਨਹੀਂ ਕਰਦੇ। ਦੇ ਡੂ ਨਾਟ ਲਾਈਕ ਅਵੇਕ ਇਨ ਦਾ ਡਾਰਕ, ਨਾ ਤਾਂ ਉਹ ਅੰਧੇਰੇ ਦੇ ਵਿੱਚ ਜਗ ਕਰਕੇ ਕੋਈ ਗਲਤ ਕੰਮ ਕਰਦੇ ਆ ਔਰ ਨਾ ਹੀ ਉਸ ਚੀਜ਼ ਨੂੰ ਯਾਦ ਕਰਕੇ ਸਾਰੀ ਰਾਤ ਰੋਂਦੇ ਰਹਿੰਦੇ ਆ। ਸੀਨ ਮਤਲਬ SIN, ਸੀਨਸ ਦਾ ਮਤਲਬ ਹੁੰਦਾ ਹੈਗਾ ਰੋਂਗ ਡੀਡ, ਯਾਨੀ ਕਿ ਕੋਈ ਗਲਤ ਕੰਮ ਕੀਤਾ ਹੋ, ਉਹਦੇ ਲਈ ਕੋਈ ਗਿਲਟ ਫੀਲਿੰਗ ਹੋ। ਦੈਨ ਪੋਇਟ ਕਹਿ ਰਿਹਾ ਕਿ ਹਿਊਮਨ ਬੀਇੰਗ ਜਿਹੜੇ ਹੈਗੇ ਲਾਈਫ ਦੇ ਵਿੱਚ ਇਹੋ ਜਿਹੀ ਬਹੁਤ ਸਾਰੀ ਗਲਤੀਆਂ ਕਰ ਦਿੰਦੇ ਆ ਔਰ ਆਪਣੀ ਗਲਤੀਆਂ ਨੂੰ ਯਾਦ ਕਰਕੇ ਸਾਰੀ ਰਾਤ ਅੰਧੇਰੇ 'ਚ ਜਾ ਕੇ ਰੋਂਦੇ ਰਹਿੰਦੇ ਆ। ਦੇ ਡੂ ਨਾਟ ਮੇਕ ਮੀ ਸਿਕ, ਡਿਸਕਸਿੰਗ ਦੇਅਰ ਡਿਊਟੀਜ਼ ਟੂ ਗੋਡ। ਐਨੀਮਲਸ ਜਿਹੜੇ ਹੈਗੇ ਨਾ ਤਾਂ ਇਹੋ ਜਿਹਾ ਕੁਝ ਗਲਤ ਕਰਦੇ ਆ, ਨਾ ਹੀ ਉਹਨਾਂ ਨੂੰ ਕੋਈ ਗਿਲਟ ਫੀਲਿੰਗ ਹੁੰਦੀ ਹੈ, ਨਾ ਹੀ ਸਾਰੀ ਰਾਤ ਜਗ ਕਰਕੇ ਰੋਂਦੇ ਆ। ਐਨੀਮਲਸ ਦੀ ਲਾਈਫ ਹਿਊਮਨ ਬੀਇੰਗ ਦੇ ਲਾਈਫ ਦੇ ਕੰਪੈਰੀਜ਼ਨ ਬਹੁਤ ਬੈਟਰ ਹੁੰਦੀ ਹੈ। ਕਿਉਂ? ਕਿਉਂਕਿ ਨਾ ਤਾਂ ਉਹ ਕਿਸੇ ਰੱਬ ਨੂੰ ਮੰਨਦੇ ਆ, ਨਾ ਕਿਸੇ ਰੱਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ, ਨਾ ਹੀ ਉਹ ਮੈਨੂੰ ਬਾਰ ਹੀ ਰੱਬ ਦੇ ਲਈ ਆਪਣੀ ਕੀ ਰਿਸਪੋਂਸੀਬਿਲਿਟੀਜ਼ ਹੈ, ਕੀ ਡਿਊਟੀਜ਼ ਹੈ ਉਹ ਦੱਸ ਕੇ ਮੈਨੂੰ ਇਰੀਟੇਟ ਕਰਦੇ ਆ। ਸਿੱਖ ਦਾ ਮਤਲਬ ਇਰੀਟੇਟ ਕਰਨਾ, ਕਿ ਬਾਰ ਹੀ ਰੱਬ ਦੇ ਲਈ ਤੁਹਾਡੀ ਆਹ ਜ਼ਿੰਮੇਵਾਰੀ ਹੈ, ਤੁਹਾਨੂੰ ਆਹ ਕਰਨਾ ਚਾਹੀਦਾ, ਇਸ ਤਰ੍ਹਾਂ ਕੁਝ ਵੀ ਨਹੀਂ ਕਰਦੇ। Not one is dissatisfied, not one is demented with the mania of owning things. No one kneels to another nor to his kind that lived thousands of years ago. ਪੋਇਟ ਇੱਥੇ ਕੀ ਕਹਿ ਰਿਹਾ ਕਿ ਐਨੀਮਲਸ ਦੇ ਵਿੱਚ ਨਾ ਤਾਂ ਕੋਈ ਬਹੁਤ ਜ਼ਿਆਦਾ ਸੈਟਿਸਫਾਈ ਹੁੰਦਾ, ਨਾ ਹੀ ਕੋਈ ਡਿਸਸੈਟਿਸਫਾਈਡ ਹੁੰਦਾ ਹੈਗਾ। ਉਹਨਾਂ ਦੀ ਲਾਈਫ ਬਹੁਤ ਸਿੰਪਲ ਹੁੰਦੀ ਹੈ, ਬਹੁਤ ਕੰਫਰਟੇਬਲ ਹੁੰਦੀ ਹੈ। ਨੋਟ ਵਨ ਇਜ਼ ਡਿਮੈਂਟਡ ਵਿਦ, ਯਾਨੀ ਕਿ ਕੋਈ ਵੀ ਬਹੁਤ ਸਾਰਾ ਓਨਿੰਗ ਥਿੰਗਸ, ਯਾਨੀ ਕਿ ਮਟੀਰੀਅਲਿਸਟਿਕ ਗੁੱਡ, ਪ੍ਰੋਪਰਟੀ,
ਸਮਾਨ ਚੀਜ਼ਾਂ ਨੂੰ ਇਕੱਠਾ ਕਰਨ ਦੇ ਲਈ ਉਹਨਾਂ ਦੇ ਅੰਦਰ ਕੋਈ ਵੀ ਪੋਜ਼ੈਸਿਵਨੈਸ ਨਹੀਂ ਹੁੰਦੀ ਹੈਗੀ, ਯਾਨੀ ਕਿ ਉਹ ਮੈਡਨੈਸ ਦਾ ਲੇਬਲ ਨਹੀਂ ਹੁੰਦਾ ਹੈਗਾ, ਮੈਂਟਲੀ ਉਹ ਸਿੱਕ ਨਹੀਂ ਹੁੰਦੇ ਹੈਗੇ, ਸਾਡੇ ਕੋਲ ਸਭ ਤੋਂ ਵੱਧ ਪੈਸੇ ਹੋਣ, ਸਭ ਤੋਂ ਜ਼ਿਆਦਾ ਮਟੀਰੀਅਲਿਸਟਿਕ ਗੁੱਡ ਹੋ, ਇਸ ਤਰ੍ਹਾਂ ਦੀ ਫੀਲਿੰਗ ਐਨੀਮਲਸ ਦੇ ਵਿੱਚ ਨਹੀਂ ਹੁੰਦੀ ਹੈ। ਡਿਮੈਂਟਡ ਦਾ ਮਤਲਬ ਹੁੰਦਾ ਹੈਗਾ ਮੈਂਟਲੀ ਸਿੱਖ ਹੋਣਾ, ਔਰ ਮੈਨੀਆ ਦਾ ਮਤਲਬ ਹੁੰਦਾ ਹੈਗਾ ਐਕਸੈਸ ਹੋਣਾ ਕਿਸੇ ਚੀਜ਼ ਦਾ, ਮੈਡਨੈਸ। ਸੋ ਹਿਊਮਨ ਬੀਇੰਗ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਦੌੜ ਰੇਸ ਬਹੁਤ ਜ਼ਿਆਦਾ ਹੁੰਦੀ ਹੈਗੀ ਆ, ਕਿਉਂਕਿ ਉਹਨਾਂ ਦੀ ਨੀਡਸ, ਉਹਨਾਂ ਦੀ ਡਿਮਾਂਡ ਕਦੇ ਵੀ ਫੁੱਲਫਿਲ ਨਹੀਂ ਹੁੰਦੀ ਹੈ। नॉट वन नील्स टू अनदर नॉट टू हिज काइंड दैट लिव थाउजेंड ऑफ ईयर्स अगो। अब एनिमल्स ਜਿਹੜੇ ਹੈਗੇ ਆਪਣੇ घुटने ਦੇ बल बैठ करके ਆਪਣੇ पूर्वजां ਨੂੰ खुश ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹੈ, ਜਿਹੜੇ आज ਤੋਂ ਹਜ਼ਾरों ਸਾਲ ਪਹਿਲੇ ਹਿਊਮਨ ਬੀਇੰਗਸ ਦੇ ਵਿੱਚ ਸੀਗੇ ਔਰ ਅੱਜ ਨਹੀਂ ਹੈ, ਹਿਊਮਨ ਬੀਇੰਗ ਉਹਨਾਂ ਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਸੋ ਪੋਇਟ ਇੱਥੇ ਕੀ ਕਹਿ ਰਿਹਾ, that not one is respectable or unhappy over the whole earth, so they show their relation to me and I accept them। ਪੂਰੀ ਦੁਨੀਆ ਦੇ ਵਿੱਚ ਜੇ ਤੁਸੀਂ ਇਨਸਾਨ ਦੇ ਕੰਪੈਰੀਜ਼ਨ ਐਨੀਮਲਸ ਦੀ ਦੁਨੀਆ ਨੂੰ ਦੇਖੋਗੇ ਪੂਰੇ ਅਰਥ 'ਤੇ, ਦੈਨ ਉਹਨਾਂ ਦੇ ਵਿੱਚ ਨਾ ਤਾਂ ਕੋਈ ਵੱਡਾ ਹੁੰਦਾ ਹੈ ਨਾ ਛੋਟਾ ਹੁੰਦਾ ਹੈਗਾ, ਰਿਸਪੈਕਟ ਦੀ ਕੋਈ ਫਾਈਟ ਨਹੀਂ ਹੁੰਦੀ ਹੈ, ਨਾ ਹੀ ਕੋਈ ਬਹੁਤ ਦੁਖੀ ਹੁੰਦਾ ਹੈਗਾ, ਨਾ ਹੀ ਕੋਈ ਖੁਸ਼ ਹੁੰਦਾ ਹੈ, ਇੱਕ ਦੂਜੇ ਦੇ ਨਾਲ ਉਹਨਾਂ ਦੀ ਕੋਈ ਨਾਰਾਜ਼ਗੀ ਵੀ ਨਹੀਂ ਹੁੰਦੀ ਹੈ। ਸੋ ਉਹਨਾਂ ਦਾ ਜਿਹੜਾ ਰਿਲੇਸ਼ਨ ਹੈ ਨਾ ਪੋਇਟ ਦੇ ਨਾਲ, ਉਹ ਜਿਵੇਂ ਸ਼ੋ ਕਰਦੇ ਆ, ਪੋਇਟ ਕਹਿੰਦਾ ਹੈਗਾ ਕਿ ਉਹ ਮੈਨੂੰ ਬਹੁਤ ਪਸੰਦ ਹੈ ਔਰ ਮੈਂ ਉਹਨਾਂ ਨੂੰ ਉਸ ਤਰ੍ਹਾਂ ਹੀ ਐਕਸੈਪਟ ਕਰਦਾ ਹੈਗਾ। ਦੇ ਬ੍ਰਿੰਗ ਮੀ ਟੋਕਨਸ ਆਫ ਮਾਈ ਸੈਲਫ, ਦੇ ਐਵਿੰਸ ਦੈਮ ਪਲੇਨਲੀ ਇਨ ਦੇਅਰ ਪੋਜੀਸ਼ਨ। ਆ ਪੋਇਟ ਇੱਥੇ ਕੀ ਕਹਿ ਰਿਹਾ, ਟੋਕਨ ਦਾ ਮਤਲਬ ਹੁੰਦਾ ਹੈਗਾ ਬੇਸਿਕਲੀ, ਟੋਕਨ ਦਾ ਮਤਲਬ ਹੁੰਦਾ ਹੈਗਾ ਸਿੰਬਲ। ਕਹਿੰਦੇ ਅਬ ਸਿੰਬਲ ਕਿਹੜੀ ਚੀਜ਼ ਦੀ, ਅਬ ਐਨੀਮਲਸ ਤਾਂ ਪੋਇਟ ਨੂੰ ਕੋਈ ਗਿਫਟ ਲਾ ਕਰਕੇ ਜਾਂ ਕੋਈ ਇਹੋ ਜਿਹਾ ਸਮਾਨ ਨਹੀਂ ਦੇ ਰਿਹਾ, ਜ਼ਿਆਦਾਤਰ ਆਪਾਂ ਕੋਈ ਗਿਫਟ ਨੂੰ ਕਹਿੰਦੇ ਆ ਟੋਕਨ ਆਫ ਲਵ ਜਾਂ ਕੋਈ ਚੀਜ਼ ਲੈ ਕੇ ਜਿਹੜਾ ਜਾਂਦੇ ਆ, ਬਟ ਇਸ ਤਰ੍ਹਾਂ ਦਾ ਕੋਈ ਗਿਫਟ ਨਹੀਂ ਦਿੰਦੇ। ਐਵਿੰਸ ਦਾ ਮਤਲਬ ਕੀ ਹੁੰਦਾ ਹੈਗਾ, ਸ਼ੋ ਕਰਨਾ ਕਿਸੇ ਚੀਜ਼ ਨੂੰ। ਕਹਿੰਦੇ ਕਿ ਪਲੇਨਲੀ ਉਹਨਾਂ ਦੇ ਕੋਲ ਜਿਹੜੇ ਉਹਨਾਂ ਦੇ ਗੁੱਡ ਟ੍ਰੇਟਸ ਹੈਗੇ ਆ, ਉਹਨਾਂ ਦਾ ਜਿਹੜਾ ਵਧੀਆ ਬਿਹੇਵੀਅਰ ਹੈ, ਉਹ ਮੇਰੇ ਵੱਲੋਂ ਜਿਹੜਾ ਸ਼ੋ ਕਰਦੇ ਹੈਗੇ, ਉਹੀ ਮੇਰੇ ਲਈ ਉਹਨਾਂ ਦਾ ਟੋਕਨ ਆਫ ਲਵ ਹੈ ਔਰ ਉਹੀ ਮੈਨੂੰ ਉਹਨਾਂ ਦੇ ਵਿੱਚ ਦਿਸਦਾ ਹੈਗਾ ਔਰ ਮੈਨੂੰ ਉਹ ਬਹੁਤ ਪਸੰਦ ਹੈ। ਔਰ ਆਹ ਸਾਰੀ ਗੁੱਡ ਕੁਆਲਿਟੀਜ਼ ਹਿਊਮਨ ਬੀਇੰਗ ਦੇ ਅੰਦਰ ਨਹੀਂ ਹੈ, ਉਹਨਾਂ ਨੇ ਉਹ ਸਾਰੀ ਚੀਜ਼ਾਂ ਆਪਣੇ ਅੰਦਰ ਖਤਮ ਕਰ ਦਿੱਤੀ ਹੈ। I wonder where they get those tokens. Did I pass that way huge times ago and negligently drop them? ਵਰਲਡ ਵਿਟਮੈਨ ਇੱਥੇ ਕੀ ਕਹਿ ਰਿਹਾ, ਵੰਡਰ ਮਤਲਬ ਸਰਪ੍ਰਾਈਜ਼ ਹੋਣਾ, ਹੈਰਾਨ ਹੋਣਾ। ਕਹਿੰਦੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਇਹ ਸਾਰੇ ਗੁੱਡ ਟ੍ਰੇਟਸ ਦਾ ਟੋਕਨ ਜਿਹੜਾ ਹੈਗਾ ਉਹ ਐਨੀਮਲਸ ਦੇ ਕੋਲ ਕਿੱਥੋਂ ਆਇਆ। ਬੇਸਿਕਲੀ ਇਹ ਗੁੱਡ ਕੁਆਲਿਟੀਜ਼ ਤਾਂ ਹਿਊਮਨ ਕ੍ਰੀਏਚਰ ਦੇ ਵਿੱਚ ਹੁੰਦੀ ਹੈ। ਫਿਰ ਕਹਿੰਦੇ ਹੈ ਕਿ ਕੀ ਹਿਊਜ ਟਾਈਮਸ ਐਗੋ ਮੀਨਸ ਲੌਂਗ ਟਾਈਮ ਐਗੋ, ਨੈਗਲੀਜੈਂਟਲੀ ਯਾਨੀ ਕਿ ਕੇਅਰਲੈਸਲੀ, ਡ੍ਰੌਪ ਕਰਨਾ ਮੀਨਸ ਲੀਵ ਆਊਟ ਕਰਨਾ, ਲੀਵ ਦੇਮ ਕਰਨਾ। तो कहते कि ह्यूमन क्रिएचर ने आज तो हज़ारों साल पहले यानी कि सैकड़ों साल पहले नोइंगली या अननोइंगली केयरलैसली लापरवाही दे विच अपने एक गुड ट्रेड्स गुड क्वालिटीज़ ड्रॉप कर दित्तियां, यानी कि उन्होंने छड्डता। और ये सारी गुड क्वालिटीज़ आज भी एनीमल्स दे विच एग्जिस्ट करदियां हैगियां, उन्हां दे कोल हैगियां, पर ह्यूमन बीइंग दे कोल नहीं है। इस करके ਪੋਇਟ ਜਿਹੜਾ ਹੈਗਾ ਉਹਨਾਂ ਦਾ ਬਿਹੇਵੀਅਰ, ਉਹਨਾਂ ਦਾ ਪਿਆਰ, ਉਹਨਾਂ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦਾ ਹੈਗਾ, ਕਿਉਂਕਿ ਐਨੀਮਲਸ ਨੂੰ ਉਹ ਜ਼ਿਆਦਾ ਪਿਓਰ, ਜ਼ਿਆਦਾ ਨੈਚੁਰਲ, ਜ਼ਿਆਦਾ ਸਹੀ ਮੰਨਦਾ ਹੈਗਾ। ਔਰ ਕਹਿੰਦਾ ਹੈਗਾ ਇਨਸਾਨ ਜਿਹੜੇ ਹੈਗੇ ਆ ਉਹ ਮਤਲਬੀ ਹੈ, ਧੋਖਾ ਦਿੰਦੇ ਹੈ ਔਰ ਉਹ ਸਹੀ ਯਾਨੀ ਕਿ ਪਿਓਰ ਓਰੀਜਨਲ ਨਹੀਂ ਹੁੰਦੇ ਆ, ਡਿਪਲੋਮੈਟਿਕ ਹੁੰਦੇ ਆ। ਇਸ ਕਰਕੇ ਪੋਇਟ ਆਪਣੇ ਆਪ ਨੂੰ, ਆਪਣੀ ਲਾਈਫ ਨੂੰ ਟਰਨ ਕਰਕੇ, ਚੇਂਜ ਕਰਕੇ ਐਨੀਮਲ ਦੇ ਨਾਲ ਰਹਿਣਾ ਜ਼ਿਆਦਾ ਪਸੰਦ ਕਰਦਾ ਹੈਗਾ। So this is the poem written by Walt Whitman. I hope you all will be able to understand. Along with this poem, I will post the question, answer and rhyming scheme so that you all can complete your register work. Thank you.